ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਤਾਂ ਤੁਹਾਡਾ ਅੱਜ ਦੇ ਲੈਕਚਰ ਦੇ ਵਿੱਚ ਸਵਾਗਤ ਹੈ। ਤਾਂ ਆਪਾਂ ਹੁਣ ਤੱਕ ਕੀਤਾ ਸੀਗਾ ਕਵਿਤਾ ਭਾਗ, ਅਤੇ ਹੁਣ ਆਪਾਂ ਕਹਾਣੀ ਭਾਗ ਬਾਰੇ ਗੱਲ ਕਰਾਂਗੇ। ਤਾਂ ਆਪਾਂ ਜਿਹੜੇ ਅੱਜ ਕਹਾਣੀਕਾਰ ਪੜ੍ਹ ਰਹੇ ਹਾਂ ਉਹ ਹੈਗਾ ਕਰਤਾਰ ਸਿੰਘ ਦੁੱਗਲ, ਅਤੇ ਇਹਨਾਂ ਦਾ ਟਾਈਮ ਪੀਰੀਅਡ ਹੈਗਾ 1917 ਤੋਂ ਲੈ ਕੇ 2012 ਤੱਕ ਦਾ। ਤਾਂ ਕਰਤਾਰ ਸਿੰਘ ਦੁੱਗਲ ਨੇ ਜਿਹੜੇ ਉਹ ਅਜਿਹੇ ਕਹਾਣੀਕਾਰ ਹੋਏ ਨੇ ਜਿਹੜੇ ਮਨੋਵਿਗਿਆਨਿਕ ਦ੍ਰਿਸ਼ਟੀ ਤੋਂ ਕਹਾਣੀ ਲਿਖਦੇ ਨੇ। ਤਾਂ ਇਹਨਾਂ ਨੇ ਬਹੁਤ ਸਾਰੇ ਸਾਹਿਤ ਰੂਪਾਂ 'ਤੇ ਆਪਣਾ ਹੱਥ ਅਜਮਾਇਆ, ਜਿਵੇਂ ਕਵਿਤਾ, ਇਕਾਂਗੀ, ਸਵੈ ਜੀਵਨੀ ਅਤੇ ਨਾਵਲ। ਪਰ ਜਿਹੜੀ ਇਹਨਾਂ ਦੀ ਪ੍ਰਸਿੱਧੀ ਹੈ ਉਹ ਜ਼ਿਆਦਾਤਰ ਕਹਾਣੀਕਾਰ ਕਰਕੇ ਹੀ ਹੋਈ ਹੈ। ਤਾਂ ਇਹਨਾਂ ਦੇ ਮੁੱਖ ਕਹਾਣੀ ਸੰਗ੍ਰਹਿ ਨੇ ਸਵੇਰ-ਸਾਰ, ਪਿੱਪਲ ਪੱਤੀਆਂ, ਕੁੜੀ ਕਹਾਣੀ ਕਰਦੀ ਗਈ, ਡੰਗਰ, ਅੱਗ ਖਾਣ ਵਾਲੇ, ਕੱਚਾ ਦੁੱਧ, ਨਵਾਂ ਆਦਮੀ, ਨਵਾਂ ਘਰ, ਲੜਾਈ ਨਹੀਂ, ਫੁੱਲ ਤੋੜਨਾ ਮਨ੍ਹਾ ਹੈ, ਕਰਾਮਾਤ, ਸਭ ਸਾਂਝੇ ਵੱਲ, ਸਦਾਈਨ, ਇੱਕ ਛਿੱਟ ਚਾਨਣ ਦੀ। ਤਾਂ ਜਿਹੜੀ ਇੱਕ ਛਿੱਟ ਚਾਨਣ ਦੀ ਕਹਾਣੀ ਹੈ ਇਹ ਇਸ ਨੂੰ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੈ। ਤਾਂ ਆਪਣੀ ਜਿਹੜੀ ਪਾਠ ਪੁਸਤਕ ਦੇ ਵਿੱਚ ਇਹਨਾਂ ਦੀ ਕਹਾਣੀ ਹੈ ਉਹ ਹੈ ਨੀਲੀ। ਤਾਂ ਨੀਲੀ ਕਹਾਣੀ ਹੈ ਜਿਹੜੀ ਉਹ ਪਸ਼ੂਆਂ ਦੀ ਸੰਵੇਦਨਸ਼ੀਲਤਾ ਜਾਂ ਪਸ਼ੂਆਂ ਦੀ ਮਨੋਵਿਗਿਆਨਕ ਦ੍ਰਿਸ਼ਟੀ ਨੂੰ ਮੁੱਖ ਰੱਖ ਕੇ ਬਣਾਈ ਗਈ, ਰਚੀ ਗਈ ਕਹਾਣੀ ਹੈ। ਤਾਂ ਗਊ ਨੀਲੀ ਹੈ ਜਿਹੜੀ ਉਹ ਜਿੰਨਾ ਇਹਦੇ ਵਿੱਚ ਕੀ ਹੈ, ਨੀਲੀ ਕੀ ਹੈ, ਇੱਕ ਗਾਂ ਦਾ ਨਾਂ ਹੈ। ਤਾਂ ਉਹ ਨੀਲੀ ਗਾਂ ਜਿੰਨਾ ਚਿਰ ਦੁੱਧ ਦਿੰਦੀ ਹੈ ਉਸਨੂੰ ਚੰਗਾ ਚਾਰਾ ਖਾਣ ਨੂੰ ਮਿਲਦਾ ਹੈ, ਅਤੇ ਉਸ ਤੋਂ ਬਾਅਦ ਜਦੋਂ ਉਸਦੀ ਬੱਚੀ ਜੰਮਦੀ ਹੈ ਤਾਂ ਗਵਾਲਾ ਆਪਣੀਆਂ ਆਰਥਿਕ ਮਜਬੂਰੀਆਂ ਵੱਸ ਬੱਚੀ ਨੂੰ ਲੋੜੀਂਦਾ ਦੁੱਧ ਪੀਣ ਲਈ ਨਹੀਂ ਛੱਡਦਾ, ਅਤੇ ਨਤੀਜੇ ਵਜੋਂ ਬੱਚੀ ਮਰ ਜਾਂਦੀ ਹੈ। ਅਤੇ ਬੱਚੀ ਮਰਨ 'ਤੇ ਨੀਲੀ ਇੰਨੀ ਉਦਾਸ ਹੋ ਜਾਂਦੀ ਹੈ ਕਿ ਉਸਦਾ ਕੁਝ ਵੀ ਖਾਣ ਨੂੰ ਦਿਲ ਨਹੀਂ ਕਰਦਾ। ਗਵਾਲਾ ਉਸ ਤੋਂ ਦੁੱਧ ਲੈਣ ਲਈ ਉਸਨੂੰ ਚਾਰਾ ਮਸਾਲਾ ਖਾਣ ਨੂੰ ਧਰਦਾ ਹੈ, ਪਿਆਰਦਾ ਹੈ ਅਤੇ ਪੁਚਕਾਰਦਾ ਹੈ। ਪਰ ਜਦੋਂ ਨੀਲੀ ਦੁੱਧ ਨਹੀਂ ਦਿੰਦੀ ਤਾਂ ਉਸਨੂੰ ਬੁਰੀ ਲੱਗਦੀ ਹੈ, ਤਾਂ ਉਹ ਅੱਗੋਂ ਚਾਰਾ ਚੁੱਕ ਲੈਂਦਾ ਹੈ। ਤਾਂ ਇਹ ਕਹਾਣੀ ਨੀਲੀ ਦੇ ਮਨੋਭਾਵਾਂ ਨੂੰ ਉਘਾੜਦੀ ਹੈ। ਤਾਂ ਗਵਾਲਾ ਕੀ ਹੈ, ਉਸਨੂੰ ਗਾਂ ਨੂੰ ਇੱਕ ਦੁੱਧ ਦੇਣ ਵਾਲਾ ਸਾਧਨ ਸਮਝਦਾ ਹੈ, ਜਦ ਕਿ ਨੀਲੀ ਇੱਕ ਮਾਂ ਵੀ ਹੈ। ਤਾਂ ਉਸ ਦੀ ਜਿਹੜੀ ਮਨੋਵਿਗਿਆਨਿਕ ਦ੍ਰਿਸ਼ਟੀ ਹੈ ਉਸਨੂੰ ਉਹ ਗਵਾਲਾ ਨਹੀਂ ਸਮਝ ਸਕਦਾ। ਤਾਂ ਉਸ ਨੀਲੀ ਗਾਂ ਦੀ ਜਿਹੜੀ ਮਮਤਾ ਹੈ ਉਹ ਬਲੂੰਦਰੀ ਜਾਂਦੀ ਹੈ, ਜਿਸ ਨੂੰ ਸਮਝਣ ਤੋਂ ਜਿਹੜਾ ਗਵਾਲਾ ਹੈ ਉਹ ਅਸਮਰੱਥ ਹੈ। ਉਹ ਉਸ ਦੀ ਜਿਹੜੀ ਮਾਨਸਿਕ ਦਸ਼ਾ ਜਾਂ ਮਨੋਦਸ਼ਾ ਹੈ ਉਸ ਨੂੰ ਨਹੀਂ ਸਮਝ ਸਕਦਾ। ਤਾਂ ਨੀਲੀ ਹੈ ਜਿਹੜੀ ਉਹ ਇਸ ਗਾਂ ਦਾ ਨਾਂ ਹੈ। ਤਾਂ ਇਹ ਗਾਂ ਹੈ ਜਿਹੜੀ ਉਹ ਬਹੁਤ ਜ਼ਿਆਦਾ ਸੋਹਣੀ ਸੀ, ਸਿਹਤਮੰਦ ਸੀ ਅਤੇ ਦੁੱਧ ਵੀ ਵਧੀਆ ਦਿੰਦੀ ਸੀ, ਅਤੇ ਇਸ ਕਰਕੇ ਗਵਾਲੇ ਦੀ ਜਿਹੜੀ ਪਤਨੀ ਹੈ ਉਸਨੇ ਇਸ ਨੂੰ ਪਸੰਦ ਕੀਤਾ ਸੀ। ਤਾਂ ਗਵਾਲਾ ਵੀ ਇਸ ਨੂੰ ਜਿਹੜਾ ਹਰਾ ਚਾਰਾ ਵਧੀਆ ਪਾਉਂਦਾ ਤਾਂ ਕਿ ਇਹ ਦੁੱਧ ਹੈ ਜਿਹੜਾ ਉਹ ਵਧੀਆ ਦੇ ਸਕੇ। ਤਾਂ ਕਹਾਣੀਕਾਰ ਦੇ ਘਰ ਨਿੱਤ ਗਵਾਲਾ ਆਉਂਦਾ ਅਤੇ ਉਹ ਗਾਂ ਆਉਂਦੀ ਅਤੇ ਗਾਂ ਦੁੱਧ ਦਿੰਦੀ ਅਤੇ ਗਵਾਲਾ ਉਸ ਲਈ ਵਧੀਆ ਜਿਹੜਾ ਖਾਣਾ ਹੈ, ਚਾਰਾ ਹੈ ਉਹ ਲੈ ਕੇ ਆਉਂਦਾ। ਤਾਂ ਇਸ ਤਰ੍ਹਾਂ ਬਹੁਤ ਸਾਰੇ ਦਿਨ ਲੰਘੇ। ਤਾਂ ਨੀਲੀ ਅਤੇ ਗਵਾਲਾ ਆਉਂਦੇ ਅਤੇ ਉਹਨਾਂ ਦੇ ਘਰ ਦੁੱਧ ਦੇ ਕੇ ਚਲੇ ਜਾਂਦੇ। ਤਾਂ ਕਈ ਮਹੀਨੇ ਇੰਝ ਗੁਜ਼ਰ ਗਏ। ਫਿਰ ਇੱਕ ਰੋਜ਼ ਸੁਣਿਆ ਨੀਲੀ ਅੱਜ ਲੱਤ ਮਾਰ ਗਈ। ਨਵੀਂ ਹੋਈ ਨੂੰ ਵੀ ਤੇ ਕਿਤਨੇ ਦਿਨ ਹੋ ਚੁੱਕੇ ਸਨ। ਤਾਂ ਕਹਿੰਦੇ ਬਹੁਤ ਦਿਨ ਖੈਰ ਸਾਨੂੰ ਨੀਲੀ ਦੀ ਉਡੀਕ ਨਹੀਂ ਕਰਨੀ ਪਈ। ਹੁਣ ਨੀਲੀ ਵੀ ਆਉਂਦੀ ਅਤੇ ਪਿੱਛੇ ਨੀਲੀ ਦੀ ਵੱਛੀ ਵੀ ਆਉਂਦੀ, ਭਾਵ ਗਾਂ ਹੈ ਜਿਹੜੀ ਉਹ ਸੂਹ ਚੁੱਕੀ ਸੀ ਅਤੇ ਉਸ ਦੀ ਬੱਚੀ ਵੀ ਉਸਦੇ ਨਾਲ ਹੀ ਆਉਂਦੀ। ਤਾਂ ਮੇਰੀ ਤ੍ਰੀਮਤ ਦੀ ਦੁੱਧ ਦੀ ਲੋੜ ਜਿਵੇਂ ਨੀਲੀ ਦੁੱਧ ਦੇਣ 'ਤੇ ਨਿਰਭਰ ਹੋ ਗਈ ਸੀ। ਜਿਤਨਾ ਨੀਲੀ ਇੱਕ ਵੇਲੇ ਦੁੱਧ ਦਿੰਦੀ ਸਾਰਾ ਅਸੀਂ ਖਰੀਦ ਲੈਂਦੇ। ਤਾਂ ਇਸ ਤਰ੍ਹਾਂ ਵਸੇ ਕਿਸੇ ਹੋਰ ਡੰਗਾ ਦੁੱਧ ਸਾਡੇ ਘਰ ਨਹੀਂ ਸੀ ਵੜਦਾ, ਅਤੇ ਅੱਜ ਕੱਲ੍ਹ ਮੇਰੀ ਤ੍ਰੀਮਤ ਮੁੜ ਗਵਾਲੇ ਨੂੰ ਕਹਿੰਦੀ ਕਿ ਭੈੜਿਆ ਇਸ ਬੱਚੀ ਨੂੰ ਵੀ ਕੁਝ ਛੋੜਿਆ ਕਰ, ਭਾਵ ਜੇਕਰ ਤੂੰ ਇਸ ਨੂੰ ਵਧੀਆ ਦੁੱਧ ਛੱਡੇਂਗਾ ਤਾਂ ਇੱਕ ਚੰਗੀ ਗਾਂ ਹੈ ਜਿਹੜੀ ਉਹ ਬਣ ਜਾਵੇਗੀ। ਤਾਂ ਪਰ ਗਵਾਲਾ ਕੀ ਕਰਦਾ ਸੀ, ਬੱਚੀ ਦੇ ਮੂੰਹ ਮਾਰਨ 'ਤੇ ਜਦੋਂ ਨੀਲੀ ਦੁੱਧ ਲਾ ਲੈਂਦੀ ਸੀ ਤਾਂ ਗਵਾਲਾ ਉਸਨੂੰ ਬੰਨ੍ਹ ਦਿੰਦਾ ਸੀ।
ਤਾਂ ਇਸ ਤਰ੍ਹਾਂ ਉਸ ਗਾਂ ਦੀ ਜਿਹੜੀ ਨੀਲੀ ਗਾਂ ਦੀ ਜਿਹੜੀ ਬੱਚੀ ਸੀ ਉਸ ਨੂੰ ਦੁੱਧ ਘੱਟ ਛੱਡਿਆ ਗਿਆ, ਤਾਂ ਜਿਸ ਕਾਰਨ ਉਹ ਵਿਚਾਰੀ ਬੇਜਵਾਨ ਹੱਡੀਆਂ ਦੀ ਮੁੱਠ ਨਿਕਲਦੀ ਆ ਰਹੀ ਸੀ। ਗਵਾਲਾ ਕਹਿੰਦਾ ਨੀਲੀ ਵੱਛੀ ਲਈ ਦੁੱਧ ਛਪਾ ਕੇ ਰੱਖ ਲੈਂਦੀ ਹੈ ਅਤੇ ਪਿੱਛੋਂ ਇਸ ਨੂੰ ਪਿਲਾਉਂਦੀ ਹੈ ਅਤੇ ਹਮੇਸ਼ਾ ਮੁੜ ਮੁੜ ਸਾਨੂੰ ਧੁੱਸਾ ਮਾਰ ਰਹੀ ਬੱਚੀ ਵੱਲ ਇਸ਼ਾਰੇ ਕਰਕੇ ਸਾਨੂੰ ਝੂਠਿਆਂ ਕਰਨ ਦੀ ਕੋਸ਼ਿਸ਼ ਕਰਦਾ। ਅਖੀਰ ਉਹੀ ਗੱਲ ਹੋਈ, ਬੱਚੀ ਮਰ ਗਈ। ਅਗਲੇ ਰੋਜ਼ ਗਵਾਲਾ ਨਿੱਕਾ ਜਿਹਾ ਮੂੰਹ ਲੈ ਕੇ ਆਇਆ। ਪਿਛਲੀ ਰਾਤੀ ਬੱਚੀ ਮਰ ਗਈ ਅਤੇ ਨੀਲੀ ਨੇ ਨਾ ਕੁਝ ਖਾਧਾ ਅਤੇ ਨਾ ਕੁਝ ਪੀਤਾ। ਇੱਕ ਦਿਨ ਦੁੱਧ ਦਾ ਨਾਗਾ ਹੋਣਾ ਸੀ। ਮੇਰੀ ਤ੍ਰੀਮਤ ਦੰਦ ਖਰੀਚ ਕੇ ਰਹਿ ਗਈ, ਭਾਵ ਕਹਾਣੀਕਾਰ ਦੀ ਪਤਨੀ। ਤਾਂ ਉਸ ਨੂੰ ਪਤਾ ਸੀ ਗਵਾਲਾ ਵੱਛੀ ਨੂੰ ਜਾਣ ਕੇ ਮਾਰ ਰਿਹਾ ਸੀ। ਪਹਿਲਾਂ ਵੀ ਤੇ ਨੀਲੀ ਦਾ ਬੱਚਾ ਵੱਛੀ ਕੋਈ ਨਹੀਂ ਸੀ, ਭਾਵ ਕਿ ਗਵਾਲਾ ਜਿਹੜੇ ਉਸਦੇ ਬੱਚੇ ਸੀ ਬੱਚੀ ਸੀ ਤਾਂ ਉਸ ਨੂੰ ਦੁੱਧ ਨਹੀਂ ਛੱਡਦਾ ਸੀ, ਨਾ ਕਿ ਉਸਦਾ ਦੁੱਧ ਦਾ ਨੁਕਸਾਨ ਨਾ ਹੋਵੇ। ਤਾਂ ਇਸ ਕਰਕੇ ਉਹ ਜਿਹੜੇ ਬੱਚੇ ਸੀ ਉਸਦੇ ਤਾਂ ਪਹਿਲਾਂ ਹੀ ਮਰ ਜਾਂਦੇ ਸੀ। ਤਾਂ ਇਸ ਤਰ੍ਹਾਂ ਪਰ ਅੱਗੇ ਹੀ ਗਵਾਲੇ ਵਿਚਾਰੇ ਦਾ ਨੁਕਸਾਨ ਹੋ ਰਿਹਾ ਸੀ। ਖਬਰੇ ਗਾਂ ਉੱਕਾ ਹੀ ਲੱਤ ਮਾਰ ਜਾਏ, ਡੰਗਰ ਦਾ ਪਤਾ ਨਹੀਂ ਹੁੰਦੀ ਤੇ ਅਸੀਂ ਚੁੱਪ ਕਰ ਰਹੇ। ਨਾਲੇ ਗਵਾਲੀਏ ਦੀਆਂ ਅੱਖਾਂ ਵਿੱਚ ਵੀ ਅੱਥਰੂ ਤਾਂ ਪਹਿਲਾਂ ਹੀ ਡੁੱਲੂ ਪਏ ਕਰਦੇ ਸਨ। ਤਾਂ ਇਸ ਤਰ੍ਹਾਂ ਇਸ ਗੱਲ ਦਾ ਜਿਹੜਾ ਦੁੱਖ ਸੀ ਉਹ ਗਵਾਲੇ ਨੂੰ ਵੀ ਸੀ, ਕਿਉਂਕਿ ਗਾਂ ਨੇ ਵੀ ਜਿਹੜਾ ਬੱਚੇ ਬਿਨਾਂ ਦੁੱਧ ਨਹੀਂ ਦੇਣਾ ਸੀ। ਤਾਂ ਇਸ ਤਰ੍ਹਾਂ ਹੋਇਆ ਕਿ ਅਗਲੇ ਰੋਜ਼ ਸਵੇਰੇ ਮੈਂ ਦੇਖਿਆ ਕਿ ਕੋਠੀ ਦੇ ਸਾਹਮਣੇ ਗੇਟ ਦੇ ਬਾਹਰ ਨੀਲੀ ਆ ਕੇ ਖੜ੍ਹ ਗਈ। ਪਿੱਛੇ ਪਿੱਛੇ ਗਵਾਲਾ ਆ ਰਿਹਾ ਸੀ। ਤਾਂ ਉਸ ਸਿਰ 'ਤੇ ਮਸਾਲੇ ਦੀ ਟੋਕਰੀ ਸੀ। ਤਾਂ ਅਕਸਰ ਸਵੇਰੇ ਜਦੋਂ ਨੀਲੀ ਇੰਝ ਆਉਂਦੀ ਤਾਂ ਸਮਾਰਕ ਗੇਟ ਨੂੰ ਖੋਲ੍ਹ ਲੈਂਦੀ ਸੀ। ਤਾਂ ਉਸ ਦਿਨ ਉਹ ਗਾਂ ਸੀ ਜਿਹੜੀ ਉਹ ਉਦਾਸ ਸੀ। ਤਾਂ ਤਾਵਲਾ ਗਵਾਲਾ ਆਇਆ, ਉਸ ਗੇਟ ਖੋਲ੍ਹਿਆ, ਉਹਦੇ ਪਿੱਛੇ ਨੀਲੀ ਆਈ। ਗਿਣ ਗਿਣ ਕੇ ਕਦਮ ਰੱਖ ਰਹੀ ਸੀ, ਭਾਵ ਉਸ 'ਚ ਤੁਰਨ ਦੀ ਹਿੰਮਤ ਨਹੀਂ ਸੀ। ਤਾਂ ਬਰਾਂਡੇ ਦੇ ਵਿੱਚ ਮੈਂ ਖਲੋਤਾ ਸਾਂ, ਕੋਲ ਮੇਰੀ ਤ੍ਰੀਮਤ ਖਲੋਤੀ ਸੀ, ਭਾਵ ਉਸ ਦੀ ਪਤਨੀ। ਤਾਂ ਮੇਰੀ ਤ੍ਰੀਮਤ ਅਤੇ ਕੁਛੜ ਸਾਡੀ ਬੱਚੀ ਸੀ। ਤਾਂ ਉਸ ਗਾਂ ਨੂੰ ਮਹਿੰਦੀ ਦੇ ਬੂਟੇ ਥੱਲੇ ਖੜਾਇਆ ਗਿਆ ਅਤੇ ਉਸ ਨੂੰ ਖਾਣ ਲਈ ਚਾਰਾ ਵੀ ਰੱਖਿਆ ਗਿਆ। ਪਰ ਉਹ ਗਾਂ ਹੈ ਜਿਹੜੀ ਉਹ ਅੱਜ ਉਦਾਸ ਸੀ। ਤਾਂ ਉਸ ਗਵਾਲੇ ਨੇ ਮਸਾਲੇ ਵਿੱਚ ਫੇਰ ਆਪਣੀ ਬਾਂਹ ਫੇਰੀ ਅਤੇ ਟੋਕਰੀ ਨੂੰ ਉਛਾਲ ਕੇ ਵੜੇਵਿਆਂ ਨੂੰ ਵਿਖਾਇਆ, ਦਾਣੇ ਨੂੰ ਵਿਖਾਇਆ। ਪਰ ਨੀਲੀ ਨੇ ਉਸ ਦਿਨ ਕੁਝ ਵੀ ਨਾ ਖਾਧਾ। ਤਾਂ ਨੀਲੀ ਫੇਰ ਅੱਗੇ ਹੋਈ, ਮੂੰਹ ਮੋੜ ਲਿਆ। ਕਿਤਨਾ ਚਿਰ ਜਿਵੇਂ ਸੋਚਦੀ ਰਹੀ, ਪਰ ਉਸਨੇ ਕੁਝ ਵੀ ਨਾ ਖਾਧਾ। ਤਾਂ ਟੋਕਰੀ ਕੋਲ ਬੈਠ ਕੇ ਉਸ ਫੇਰ ਹੱਥ ਫੇਰਿਆ। ਖਲੀ ਦੀ ਖੁਸ਼ਬੂ ਫੇਰ ਉੱਠੀ। ਨੀਲੀ ਦੀ ਜਿਵੇਂ ਅੱਬੜ ਵਾਹੀ ਗਰਦਨ ਉਸ ਪਾਸੇ ਮੁੜ ਗਈ। ਆਪ ਉਸ ਦੀ ਕਦਮ ਜਿਵੇਂ ਅੱਗੇ ਪਿਆ ਅਤੇ ਉਸ ਟੋਕਰੀ ਵਿੱਚ ਆਪਣੀ ਬੋਥਣੀ ਨੂੰ ਛੱਡ ਦਿੱਤਾ। ਅਤੇ ਕਿਤਨਾ ਚਿਰ ਉਹਦਾ ਮੂੰਹ ਮਸਾਲੇ ਵਿੱਚ ਪਿਆ ਰਿਹਾ, ਪਰ ਨੀਲੀ ਨੇ ਕੁਝ ਖਾਧਾ ਨਹੀਂ, ਕਿਉਂਕਿ ਉਸ ਨੂੰ ਆਪਣੀ ਬੱਚੀ ਦੇ ਮਰ ਜਾਣ ਦਾ ਦੁੱਖ ਸੀ। ਪਰ ਪਰੇਸ਼ਾਨ ਨਜ਼ਰਾਂ ਗਵਾਲੇ ਨੇ ਸਾਡੇ ਵੱਲ ਵੇਖਿਆ ਅਤੇ ਬੇਵੱਸ ਟੋਕਰੀ ਨੂੰ ਸਿਰ 'ਤੇ ਚੁੱਕ ਕੇ ਮੁੜ ਪਿਆ। ਪਿੱਛੇ ਪਿੱਛੇ ਉਹਦੀ ਨੀਲੀ ਤੁਰ ਪਈ। ਚੂਲੀ ਦੁੱਧ ਬਚਾਉਣ ਲਈ ਭੈੜੇ ਨੇ ਬੱਚੀ ਗਵਾ ਲਈ। ਮੇਰੀ ਤ੍ਰੀਮਤ ਨੇ ਆਪਣੇ ਹੋਠਾਂ ਵਿੱਚ ਬੁੜਬੁੜ ਉਡਾਇਆ ਅਤੇ ਫਿਰ ਅੰਦਰ ਨੌਕਰ ਨੂੰ ਕਹਿਣ ਤੁਰ ਗਈ ਕਿ ਡੈਰੀ ਤੋਂ ਜਾ ਕੇ ਦੁੱਧ ਲੈ ਆ। ਤਾਂ ਸਾਡੀ ਬੱਚੀ ਹੁਣ ਮੇਰੀ ਛਾਤੀ ਨਾਲ ਲੱਗੀ ਹੋਈ ਸੀ ਅਤੇ ਬਰਾਂਡੇ ਵਿੱਚ ਟਹਿਲਦਾ ਮੈਂ ਦੂਰ ਸੜਕ 'ਤੇ ਅੱਗੇ ਗਵਾਲੇ ਨੂੰ ਜਾਂਦਾ ਵੇਖ ਰਿਹਾ ਸੀ। ਉਹਦੇ ਪਿੱਛੇ ਨੀਲੀ ਸੀ, ਜਿਵੇਂ ਕੋਈ ਹਨੇਰੇ ਵਿੱਚ ਗਰੋਲੇ ਦਿੰਦਾ ਰਾਹ ਟੋਲਦਾ ਸੀ। ਤਾਂ ਜਿਹੜੀ ਗਾਂ ਹੈ ਉਹ ਗਵਾਲੇ ਦੇ ਪਿੱਛੇ ਪਿੱਛੇ ਡਿੱਕ ਡੋਲੇ ਖਾਂਦੀ ਤੁਰੀ ਜਾ ਰਹੀ ਸੀ। ਉਸਦੇ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਸੀ। ਤਾਂ ਉਸਦਾ ਸਰੀਰ ਹੈ ਜਿਹੜਾ ਉਹ ਟੈਣ ਟੈਣ ਕਰ ਰਿਹਾ ਸੀ, ਭਾਵ ਉਹ ਉਦਾਸ ਸੀ। ਤਾਂ ਅਗਲੇ ਰੋਜ਼ ਅਜੇ ਮੂੰਹ ਝਾਖੜਾ ਹੀ ਹੋਇਆ ਸੀ ਕਿ ਮੈਂ ਵੇਖਿਆ ਕਿ ਸਾਹਮਣੇ ਦੀ ਕੋਠੀ ਦਾ ਗੇਟ ਖੋਲ੍ਹਿਆ। ਤਾਂ ਅੱਗੇ ਗਵਾਲਾ ਸੀ, ਤਾਂ ਉਸੇ ਤਰ੍ਹਾਂ ਪਿੱਛੇ ਪਿੱਛੇ ਉਹ ਜਿਹੜੀ ਨੀਲੀ ਗਾਂ ਸੀ ਉਹ ਆ ਰਹੀ ਸੀ। ਤਾਂ ਮੈਂ ਸੋਚਿਆ ਗਵਾਲੇ ਨੇ ਮੈਦਾਨ ਮਾਰ ਲਿਆ। ਅਤੇ ਉਹੀ ਗੱਲ ਹੋਈ। ਮਹਿੰਦੀ ਦੇ ਰੁੱਖ ਥੱਲੇ ਉਸਨੇ ਆ ਕੇ ਟੋਕਰੀ ਰੱਖੀ ਹੀ ਸੀ ਕਿ ਨੀਲੀ ਅੱਗੇ ਵੱਧ ਕੇ ਟੋਕਰੀ ਵਿੱਚ ਮੂੰਹ ਮਾਰਨ ਲੱਗੀ। ਤਾਂ ਕੁਝ ਚਿਰ ਉਸਨੂੰ ਇੰਝ ਮਸਾਲਾ ਖਾਂਦੇ ਨੂੰ ਵੇਖ ਗਵਾਲਾ ਗਾਗਰ ਫੜ ਕੇ ਨੀਲੀ ਕੋਲ ਬੈਠ ਗਿਆ। ਨੀਲੀ ਪਰੇ ਹੋ ਗਈ, ਭਾਵ ਉਸਨੇ ਦੁੱਧ ਨਹੀਂ ਦੇਣਾ ਸੀ। ਤਾਂ ਗਵਾਲੇ ਨੇ ਮੁੜ ਉਹਦੇ ਵੱਲ ਵੇਖਿਆ, ਟੋਕਰੀ ਵਿੱਚ ਮੂੰਹ ਦਿੱਤੀ। ਤਾਂ ਜਿਹੜੀ ਗਾਂ ਸੀ ਉਹ ਮਸਾਲਾ ਖਾ ਰਹੀ ਸੀ ਅਤੇ ਗਵਾਲਾ ਫਿਰ ਨੀਲੀ ਵੱਲ ਜਰਾ ਖਿਸਕਿਆ ਅਤੇ ਨੀਲੀ ਹੋਰ ਪਰੇ ਹੋ ਗਈ।
ਤਾਂ ਗਵਾਲੇ ਨੇ ਕੀ ਕੀਤਾ, ਉਸ ਗਾਂ ਨੂੰ ਬੜੇ ਹੀ ਪਿਆਰ ਨਾਲ ਪਚਕਾਰਿਆ ਤੇ ਉਸ 'ਤੇ ਹੱਥ ਫੇਰਿਆ ਤੇ ਦੁਬਾਰਾ ਫਿਰ ਉਹ ਉਸ ਦੇ ਨੀਚੇ ਬੈਠ ਗਿਆ। ਤਾਂ ਇਸ ਤਰ੍ਹਾਂ ਜਦੋਂ 2-3 ਵਾਰ ਉਹ ਉਸ ਨੂੰ ਪਚਕਾਰ ਕੇ ਨੀਚੇ ਬੈਠਿਆ, ਪਰ ਉਸ ਗਾਂ ਦਾ ਜਿਹੜਾ ਦੀ ਉਦਾਸ ਸੀ, ਉਹ ਦੁੱਧ ਨਹੀਂ ਦੇਣਾ ਚਾਹੁੰਦੀ ਸੀ। ਤਾਂ ਗਵਾਲੇ ਨੇ ਕੀ ਕੀਤਾ, ਉਸ ਨੂੰ ਲੱਗਿਆ ਕਿ ਇਹ ਖਾ ਤਾਂ ਬੜੀ ਤੇਜ਼ੀ ਨਾਲ ਰਹੀ ਹੈ ਪਰ ਦੁੱਧ ਨਹੀਂ ਦੇ ਰਹੀ। ਤਾਂ ਗਵਾਲਾ ਕ੍ਰੋਧ ਵਿੱਚ ਉੱਠਿਆ ਤੇ ਇੱਕ ਨਜ਼ਰ ਉਸ ਨੀਲੀ ਵੱਲ ਵੇਖਿਆ। ਉਹਦੀਆਂ ਨਜ਼ਰਾਂ ਵਿੱਚ ਗਜ਼ਬ ਸੀ। ਇੱਕ ਸਾਹ ਨੀਲੀ ਮਸਾਲੇ ਨੂੰ ਖਾ ਰਹੀ ਸੀ ਜਿਵੇਂ ਕੁਝ ਹੋਇਆ ਹੀ ਨਹੀਂ। ਤੇ ਗਵਾਲੇ ਅੱਗੇ ਵਧ ਕੇ ਮਸਾਲੇ ਦੀ ਟੋਕਰੀ ਨੂੰ ਖੋਹ ਲਿਆ ਤੇ ਉਸ ਨੂੰ ਸਿਰ 'ਤੇ ਰੱਖ ਕੇ ਤੇਜ਼-ਤੇਜ਼ ਕਦਮ ਮੁੜ ਤੁਰਿਆ। ਤਾਂ ਨੀਲੀ ਉੱਥੇ ਦੀ ਉੱਥੇ ਖਲੋਤੀ ਗਰਦਨ ਮੋੜ ਗਵਾਲੇ ਨੂੰ ਵੇਖਣ ਲੱਗ ਪਈ। ਉਹ ਤੇ ਮਸਾਲੇ ਦੀ ਟੋਕਰੀ ਚੁੱਕੀ ਵਾਹੋਂ ਦਾ ਹੀ ਜਾ ਰਿਹਾ ਸੀ ਤੇ ਦੂਰ ਕੋਠੀ ਦੇ ਗੇਟ ਕੋਲ ਜਦੋਂ ਪੁੱਜਾ ਤਾਂ ਨੀਲੀ ਉਡੀਕੀ ਜਿਵੇਂ ਉਸਨੂੰ ਬੁਲਾ ਰਹੀ ਹੋਵੇ, ਭਾਵ ਉਹ ਰਿੰਗ ਰਹੀ ਸੀ। ਤਾਂ ਗਵਾਲੇ ਨੇ ਪਰਵਾਹ ਨਹੀਂ ਕੀਤੀ। ਜਦੋਂ ਹੱਥ ਵਧਾ ਕੇ ਉਹ ਗੇਟ ਨੂੰ ਖੋਲ੍ਹਣ ਲੱਗਿਆ, ਨੀਲੀ ਨੇ ਫਿਰ ਉਡੀਕ ਕੇ ਜਿਵੇਂ ਉਹਨੂੰ ਬੁਲਾਇਆ। ਗਵਾਲੇ ਗੁੱਸੇ ਵਿੱਚ ਕੋਠੀ ਤੋਂ ਬਾਹਰ ਚਲਾ ਗਿਆ। ਤਾਂ ਕਿਤਨਾ ਚਿਰ ਉਹ ਉਂਝ ਹੀ ਉੱਥੇ ਖਲੋਤੀ ਰਹੀ। ਤਾਂ ਵਿੱਚ ਨੀਲੀ ਕਦੇ ਉਡੀਕਦੀ ਜਿਵੇਂ ਗਵਾਲੇ ਨੂੰ ਆਵਾਜ਼ਾਂ ਦੇ ਰਹੀ ਸੀ, ਜਿਵੇਂ ਉਹਨੂੰ ਕਹਿ ਰਹੀ ਸੀ ਕਿ ਮੇਰੇ ਮਾਲਕ, ਤੈਨੂੰ ਕਿਉਂ ਸਮਝ ਨਹੀਂ ਆ ਰਹੀ ਕਿ 2 ਦਿਨ ਨਹੀਂ ਹੋਏ ਮੇਰੀ ਬੱਚੀ ਨੂੰ ਮੋਇਆ, ਮੇਰੀ ਕੁੱਖੋਂ ਜਾਣੀ ਮੈਥੋਂ ਖੋਹ ਲਈ ਗਈ ਮੇਰੀ ਅੰਦਰ, ਹਾਏ ਉਹਦੀ ਯਾਦ ਵਿਸਾਰਿਆਂ ਨਹੀਂ ਵਿਸਰਦੀ, ਇਸ ਪੇਟ ਭੈੜੇ ਦਾ ਕੀ ਕਰਾਂ। ਭਾਵ ਉਹ ਕਹਿਣਾ ਚਾਹੁੰਦੀ ਸੀ ਕਿ ਮੈਨੂੰ ਭੁੱਖ ਲੱਗ ਰਹੀ ਹੈ, ਮੈਂ ਤਾਂ ਹੀ ਖਾ ਰਹੀ ਹਾਂ ਕਿ ਤੂੰ ਮੇਰੀ ਅੰਦਰਲੀ ਮਨੋਦਸ਼ਾ ਨੂੰ ਕਿਉਂ ਨਹੀਂ ਸਮਝ ਰਿਹਾ ਕਿ ਮੈਂ ਇੰਨੇ ਛੇਤੀ ਦੁੱਧ ਜਿਹੜੀ ਉਹ ਨਹੀਂ ਦੇ ਸਕਦੀ। ਤਾਂ ਅੱਜ 3 ਦਿਨਾਂ ਦੀ ਮੈਂ ਭੁੱਖੀ ਭਾਵੇਂ ਡਿੱਕ ਡੋਲੇ ਪਈ ਖਾਂਦੀ ਹਾਂ, ਤੈਨੂੰ ਕਿਉਂ ਸਮਝ ਨਹੀਂ ਆਉਂਦੀ। ਇਹਨਾਂ ਥਣਾਂ ਨੂੰ ਮੇਰੀ ਲਾਡਲੀ ਦੇ ਪੋਲੇ-ਪੋਲੇ ਹੋਣ ਜੋ ਲੱਗਦੇ ਤਾਂ ਆਪਣੇ ਆਪ ਹੀ ਮੇਰਾ ਦੁੱਧ ਲੈ ਆਉਂਦਾ ਸੀ। ਇੰਝ ਤੁਸਾਂ ਮਾਰਦੀ ਸੀ ਲਾਡ ਵਿੱਚੋਂ ਮੇਰੀ ਖੀਰੀ ਨੂੰ। ਤੈਨੂੰ ਨਹੀਂ ਪਤਾ ਮਾਂ ਬੱਚੇ ਦਾ ਕੀ ਰਿਸ਼ਤਾ ਹੈ। ਮੈਂ ਨਹੀਂ ਕਹਿੰਦੀ ਕਿ ਮੈਂ ਉਸਨੂੰ ਭੁੱਲਾਂਗੀ, ਨਹੀਂ ਭੁੱਲ ਜਾਵਾਂਗੀ, ਪਰ ਕਹਿੰਦੀ ਮੈਨੂੰ ਇਹਦੇ ਲਈ ਕੁਛ ਦਿਨ ਚਾਹੀਦੇ ਨੇ। ਮੈਂ ਦੁੱਧ ਦੇਵਾਂਗੀ ਪਰ ਕੁਝ ਚਿਰ ਤੂੰ ਸਬਰ ਕਰ ਲੈ, ਖਬਰੇ 1 ਦਿਨ ਹੀ ਹੋਰ ਤੇ ਫਿਰ ਮੈਂ ਆਪਣੇ ਦਿਲ ਦੇ ਟੁਕੜੇ ਨੂੰ ਭੁੱਲ ਜਾਵਾਂਗੀ। ਫਿਰ ਮੈਨੂੰ ਆਪਣੇ ਆਪ ਲਾਮ-ਚਾਮ ਖਾਲੀ ਨਹੀਂ ਲੱਗੇਗਾ। ਅੱਗੇ ਪਿੱਛੇ ਮੈਨੂੰ ਇਹ ਹਨੇਰਾ ਮਹਿਸੂਸ ਨਹੀਂ ਹੋਵੇਗਾ ਤੇ ਫਿਰ ਮਸਾਲਾ ਖਾਂਦੀ ਆਪਣੇ ਧਿਆਨ ਮੈਂ ਦੁੱਧ ਲਾ ਦਿਆ ਕਰਾਂਗੀ। ਮੈਂ ਹੁਣ ਦੁੱਧ ਨੂੰ ਕੀ ਕਰਨਾ ਹੈ। ਦੁੱਧ ਪੀਣ ਵਾਲੀ ਤੇ ਮੇਰੀ ਤੁਰ ਗਈ ਹੈ, ਤੂੰ ਮੁੜਾ, ਇੰਝ ਮੈਨੂੰ ਭੁੱਖਾ ਨਾ ਮਾਰ। ਅੱਗੇ ਥੋੜ੍ਹਾ ਮੇਰੇ ਨਾਲ ਅਨਿਆਂ ਹੋਇਆ ਹੈ ਤੇ ਤੂੰ ਮੁੜਾ ਮੇਰੇ ਮਾਲਕ। ਤੇ ਕਿਤਨਾ ਚਿਰ ਹੇਠ ਉਂਝ ਦੀ ਉਂਝ ਖੜੋਤੀ ਨੀਲੀ ਕੋਠੀ ਦੇ ਗੇਟ ਵੱਲ ਵੇਖਦੀ ਰਹੀ। ਗਵਾਲਾ ਨਹੀਂ ਮੁੜਿਆ। ਤਾਂ ਇਸ ਤਰ੍ਹਾਂ ਇਹ ਕਹਾਣੀ ਹੈ ਜਿਹੜੀ ਉਹ ਇੱਕ ਪਸ਼ੂ ਦੀ ਮਨੋਵਿਗਿਆਨਕ ਦ੍ਰਿਸ਼ਟੀ ਕਿ ਕਿਸ ਤਰ੍ਹਾਂ ਉਸਦਾ ਬੱਚਾ ਚਲੇ ਜਾਣ 'ਤੇ ਉਸਦੀ ਕਿਹੋ ਜਿਹੀ ਮਨੋਦਸ਼ਾ ਹੁੰਦੀ ਹੈ ਤੇ ਇੱਕ ਗਵਾਲਾ ਜੋ ਕਿ ਉਸਨੂੰ ਕੇਵਲ ਇੱਕ ਆਰਥਿਕ ਸਾਧਨ ਹੀ ਸਮਝਦਾ ਹੈ, ਉਹ ਇਸ ਦੀ ਇਹ ਮਨੋਦਸ਼ਾ ਨੂੰ ਸਮਝਣ ਤੋਂ ਅਸਮਰੱਥ ਹੈ। ਉਸਨੂੰ ਖਾਣ ਪੀਣ ਤੋਂ ਵੀ ਉਹ ਉਸ 'ਤੇ ਰੋਕਦਾ ਹੈ ਕਿਉਂਕਿ ਉਸਨੂੰ ਉਦੋਂ ਤੱਕ ਹੀ ਖਾਣ ਲਈ ਦੇ ਸਕਦਾ ਹੈ ਜਦੋਂ ਤੱਕ ਉਸ ਨੂੰ ਦੁੱਧ ਦਿੰਦੀ ਹੈ। ਤਾਂ ਇਸ ਤਰ੍ਹਾਂ ਇਹ ਕਹਾਣੀ ਨੀਲੀ ਗਾਂ ਦੀ ਮਨੋਵਿਗਿਆਨਕ ਦ੍ਰਿਸ਼ਟੀ ਨੂੰ ਪੇਸ਼ ਕਰਦੀ ਹੈ। ਥੈਂਕ ਯੂ।